worthy chief guest, Dr. Tarvinder Singh Ubha. He is the principal of our college. Apart from this, I also welcome Kutal sir and Dr. Jagtar Singh, head of the Department of Political Science, and Dr. Gorakh Singh, head of the Department of Geography. So now I request Dr. Gorakh Singh to please come on the stage and to welcome our worthy chief guest and to say something about literacy or the occasion of the literacy. Thank you. ਅੱਜ ਦੇ ਇਸ ਅੰਤਰਰਾਸ਼ਟਰੀ ਸਾਖਰਤਾ ਦਿਵਸ ਤੇ ਸਾਰੇ ਹੀ ਸਾਡੇ ਕਾਲਜ ਦੇ ਪਿਆਰੇ ਵਿਦਿਆਰਥੀਓ, ਸਾਡੇ ਵਿੱਚ ਸਾਡੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਡਾਕਟਰ ਤਰਵਿੰਦਰ ਸਿੰਘ ਜੀ ਉੱਭਾ ਪਹੁੰਚੇ ਨੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਸਾਖਰਤਾ ਦਿਵਸ ਨੂੰ ਮਨਾਉਣ ਵਾਸਤੇ। ਸੋ ਸਰ ਜੀ, ਤੁਹਾਡਾ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਤੁਹਾਡਾ ਬਹੁਤ ਹੀ ਧੰਨਵਾਦ ਕਰਦੇ ਹਾਂ। ਨਾਲ ਹੀ ਧੰਨਵਾਦ ਕਰਦਾ ਮੈਂ ਪ੍ਰੋਫੈਸਰ ਜਤਿੰਦਰ ਸਿੰਘ ਜੀ ਭਟਾਲ ਸਾਹਿਬ, ਡੀਨ ਸੋਸ਼ਲ ਸਾਇੰਸ, ਮੇਰੇ ਵੀਰ ਡਾਕਟਰ ਜਗਤਾਰ ਸਿੰਘ ਜੀ, ਹੈੱਡ ਪੀਜੀ ਡਿਪਾਰਟਮੈਂਟ ਆਫ ਪੋਲੀਟੀਕਲ ਸਾਇੰਸ ਦੇ ਸਾਰੇ ਹੀ ਸਟਾਫ ਸਾਥੀਓ ਤੇ ਪਿਆਰੇ ਬੱਚਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਆਪਾਂ ਜਾਣਦੇ ਹੀ ਹਾਂ ਕਿ ਜਿਹੜਾ ਸਾਖਰਤਾ ਦਿਵਸ ਹੈਗਾ, ਲਿਟਰੇਸੀ ਡੇ ਹੈਗਾ, ਇਹ ਕਦੋਂ ਤੋਂ ਮਨਾਉਣਾ ਸ਼ੁਰੂ ਹੋਇਆ, ਕਿਵੇਂ ਹੋਇਆ, ਕੀ ਇਹਦੇ ਪਿੱਛੇ ਬੈਕਗਰਾਉਂਡ ਆ, ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਇੱਕ ਸਟੋਰੀ ਹੈਗੀ, ਕਹਾਣੀ ਹੈਗੀ। ਜੇ ਆਪਾਂ ਹੋਰ ਪਿੱਛੇ ਚੱਲੀਏ ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਤੋਂ ਮਨੁੱਖ ਨੇ ਹੋਸ਼ ਸੰਭਾਲੀ ਆਪਣੀ, ਉਦੋਂ ਤੋਂ ਹੀ ਉਹ ਬੋਲਣ ਦੀ ਕੋਸ਼ਿਸ਼ ਕਰ ਰਿਹਾ, ਉਦੋਂ ਤੋਂ ਹੀ ਆਪਣੇ ਵਿਚਾਰ ਨੇ, ਆਪਣੇ ਦਿਲ ਦੇ ਜੋ ਬਲਬਲੇ ਨੇ, ਉਹਨਾਂ ਨੂੰ ਲੋਕਾਂ ਦੇ ਅੱਗੇ ਵਿਅਕਤ ਕਰਨ ਵਾਸਤੇ ਕਿਸੇ ਨਾ ਕਿਸੇ ਭਾਸ਼ਾ ਦਾ, ਕਿਸੇ ਨਾ ਕਿਸੇ ਆਪਣੇ ਇਸ ਇਸ਼ਾਰਿਆਂ ਦਾ ਜਾਂ ਭਾਸ਼ਾ ਦਾ ਉਹ ਇੱਕ ਸਹਾਰਾ ਲੈਂਦਾ ਰਿਹਾ। ਸੋ ਇਸ ਸਹਾਰੇ ਕਰਕੇ ਇਹ ਹੌਲੀ ਹੌਲੀ ਜਿਹੜੀ ਲਿਪੀਆਂ ਨੇ ਹੋਂਦ ਦੇ ਵਿੱਚ ਆਈਆਂ, ਜਿਨ੍ਹਾਂ ਦੇ ਵਿੱਚੋਂ ਸਾਡੀ ਗੁਰਮੁਖੀ ਲਿਪੀ ਆ, ਇੰਗਲਿਸ਼ ਦੀ ਲਿਪੀਆਂ ਨੇ, ਰੋਮਨ ਲਿਪੀਆਂ, ਜਿੰਨੀਆਂ ਵੀ ਤਰ੍ਹਾਂ ਦੀਆਂ ਭਾਸ਼ਾਵਾਂ ਹੈਗੀਆਂ ਨੇ ਉਹ ਹੋਂਦ ਵਿੱਚ ਆਈਆਂ ਨੇ। ਸੋ ਹੌਲੀ ਹੌਲੀ ਕਰਕੇ ਇਹ ਜਿਹੜੀਆਂ ਭਾਸ਼ਾਵਾਂ ਨੇ, ਲੈਂਗੁਏਜਸ ਨੇ, ਡਿਵੈਲਪ ਹੁੰਦੀਆਂ ਗਈਆਂ ਤੇ ਜਿਹਦੇ ਕਰਕੇ ਅੱਜ ਜਿਹੜਾ ਸਾਡਾ ਇੰਟਰਨੈਸ਼ਨਲ ਲਿਟਰੇਸੀ ਡੇ ਆ ਮਨਾਉਣ ਵਿੱਚ ਅਸੀਂ ਆਪਣੇ ਆਪ ਨੂੰ ਸੁਭਾਗਾ ਸਮਝ ਰਹੇ ਹਾਂ। ਕਿਉਂਕਿ ਜਿਹੜਾ ਸੰਸਾਰ ਹੈ ਇੱਕ ਇਹ ਗਲੋਬਲ ਜੇ ਵਿਲੇਜ ਬੋਲਦੀ ਆਪਾਂ ਤਾਂ ਕੋਈ ਹੱਦ ਕਤਰੀ ਨਹੀਂ ਹੈਗੀ, ਕਿਉਂਕਿ ਸੰਸਾਰ ਸਾਡਾ ਗਲੋਬਲ ਵਿਲੇਜ ਬਣ ਗਿਆ, ਇੱਕ ਇੰਟਰਨੈਸ਼ਨਲ ਵਿਲੇਜ ਹੋ ਗਿਆ। ਸਾਡੇ ਜਿਹੜੀਆਂ ਦੂਰੀਆਂ ਨੇ ਉਹ ਆਪਸ ਵਿੱਚ ਸਾਰੀਆਂ ਮਿਲ ਚੁੱਕੀਆਂ ਨੇ, ਕਿਉਂਕਿ ਕਾਹਦੇ ਕਰਕੇ ਹੋਇਆ, ਇੰਟਰਨੈਟ ਹੋਇਆ ਜਾਂ ਇੱਦਾਂ ਦੇ ਜਿਹੜੇ ਸਾਰੇ ਉਹ ਉਪਕਰਨ ਨੇ ਜਿਨ੍ਹਾਂ ਕਰਕੇ ਅਸੀਂ ਆਪਣੇ ਵਿਚਾਰ ਦੂਜਿਆਂ ਤੱਕ ਪਹੁੰਚਾ ਰਹੇ ਹਾਂ, ਉਹ ਸਾਰੇ ਉੱਦਾਂ ਦੇ ਉਪਕਰਨ, ਉੱਦਾਂ ਦੇ ਇੰਸਟਰੂਮੈਂਟ ਜਿਨ੍ਹਾਂ ਕਰਕੇ ਸਾਰਾ ਕੁਝ ਵਾਪਰ ਰਿਹਾ। ਸੋ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਆਪਣੇ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰਦਾ ਕਿ ਆਪਣੇ ਜਿਹੜੇ ਵਿਚਾਰ ਨੇ ਅੱਜ ਉਹ ਇਸ ਇੰਟਰਨੈਸ਼ਨਲ ਲਿਟਰੇਸੀ ਡੇ ਤੇ ਬੱਚਿਆਂ ਨਾਲ ਸਾਂਝੇ ਕਰਨਗੇ। ਸਰਦਾਰ ਤਰਵਿੰਦਰ ਸਿੰਘ ਜੀ ਉੱਭਾ, ਪ੍ਰਿੰਸੀਪਲ ਸਾਹਿਬ, ਖਾਲਸਾ ਕਾਲਜ ਪਟਿਆਲਾ। ਪ੍ਰੋਫੈਸਰ ਜਤਿੰਦਰ ਸਿੰਘ ਜੀ ਭਟਾਲ, ਡਾਕਟਰ ਜਗਤਾਰ ਸਿੰਘ, ਡਾਕਟਰ ਗੋਰਖ ਸਿੰਘ, ਬਾਕੀ ਸਟਾਫ ਮੈਂਬਰ ਤੇ ਪਿਆਰੇ ਵਿਦਿਆਰਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵਿਦਿਆਰਥੀਓ, ਅੱਜ ਆਪਾਂ ਜਿਸ ਮਕਸਦ ਲਈ ਇਕੱਤਰ ਹੋਏ ਹਾਂ, ਬੜਾ ਮਹੱਤਵਪੂਰਨ ਦਿਹਾੜਾ ਹੈਗਾ, ਅੰਤਰਰਾਸ਼ਟਰੀ ਸਾਖਰਤਾ ਦਿਵਸ, ਇੰਟਰਨੈਸ਼ਨਲ ਲਿਟਰੇਸੀ ਡੇ। ਮੈਂ ਜਦੋਂ ਇਤਿਹਾਸ ਦੇ ਵਰਕੇ ਫਰੋਲ ਰਿਹਾ ਸੀ ਤਾਂ ਇਹ ਗੱਲ ਸਾਹਮਣੇ ਆਈ ਕਿ 8 ਸਤੰਬਰ 1965 ਨੂੰ ਈਰਾਨ ਦੇ ਤਹਿਰਾਨ ਸ਼ਹਿਰ ਦੇ ਵਿੱਚ ਇੱਕ ਜਿੰਨੇ ਐਜੂਕੇਸ਼ਨ ਮਿਨਿਸਟਰ ਸੀ ਉਹਨਾਂ ਦੀ ਵਰਲਡ ਕਾਂਗਰਸ ਹੋਈ। ਉਸ ਦੇ ਵਿੱਚ ਇਹ ਵਿਚਾਰਿਆ ਗਿਆ ਕਿ ਲਿਟਰੇਸੀ ਦੀ ਕੀ ਅਹਿਮੀਅਤ ਹੈ, ਲਿਟਰੇਸੀ ਨੂੰ ਪ੍ਰਮੋਟ ਕਿਵੇਂ ਕਰਨਾ ਹੈ, ਲਿਟਰੇਸੀ ਕਿੱਥੇ ਕਿੱਥੇ ਜ਼ਰੂਰੀ ਹੈ, ਇਹਦਾ ਕਿਸ ਤਰੀਕੇ ਨਾਲ ਪ੍ਰਚਾਰ ਪ੍ਰਸਾਰ ਕੀਤਾ ਜਾਵੇ। ਤੇ ਉਹ ਸਾਰਾ ਜਿਹੜਾ ਸਹਿਮਤੀ ਤੋਂ ਬਾਅਦ ਉਹਨਾਂ ਨੇ ਇੱਕ ਡਾਕੂਮੈਂਟ ਤਿਆਰ ਕੀਤਾ, ਉਹਨਾਂ ਨੇ ਇੱਕ ਰੈਜ਼ੋਲੂਸ਼ਨ ਤਿਆਰ ਕੀਤਾ, ਡੈਕਲੇਰੇਸ਼ਨ ਤਿਆਰ ਕੀਤੀ। ਉਸ ਡੈਕਲੇਰੇਸ਼ਨ ਨੂੰ ਤਹਿਰਾਨ ਡੈਕਲੇਰੇਸ਼ਨ ਔਨ ਪ੍ਰਮੋਸ਼ਨ ਆਫ ਲਿਟਰੇਸੀ ਕਿਹਾ ਗਿਆ। ਉਸ ਦੇ ਮੱਦੇਨਜ਼ਰ, ਉਸ ਡੈਕਲੇਰੇਸ਼ਨ ਦੇ ਮੱਦੇਨਜ਼ਰ ਯੂਨੈਸਕੋ, ਜੋ ਕਿ UN ਦਾ ਹਿੱਸਾ ਹੈ, ਯੂਨਾਈਟਿਡ ਨੇਸ਼ਨਸ ਐਜੂਕੇਸ਼ਨਲ, ਸਾਇੰਟੀਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ, ਉਹਨਾਂ ਵੱਲੋਂ ਇਸ ਨੂੰ
ਅਡਾਪਟ ਕਰਦੇ ਹੋਏ ਇਸ ਦਿਨ ਨੂੰ ਭਾਵ 8 ਸਤੰਬਰ ਨੂੰ ਬਤੌਰ ਇੰਟਰਨੈਸ਼ਨਲ ਲਿਟਰੇਸੀ ਡੇ ਮਨਾਉਣ ਦਾ ਫੈਸਲਾ ਲਿਆ ਗਿਆ ਤੇ ਸਾਰੇ ਸੰਸਾਰ ਦੇ ਵਿੱਚ ਇਸ ਨੂੰ ਮਨਾਇਆ ਜਾਂਦਾ। ਆਪਾਂ ਜੇ ਗੱਲ ਕਰੀਏ ਕਿ ਲਿਟਰੇਸੀ ਕਿਉਂ ਜ਼ਰੂਰੀ ਹੈ, ਕੀ ਕਾਰਨ ਨੇ ਕਿ ਇਸ ਦਿਨ ਨੂੰ ਮਨਾਇਆ ਜਾਵੇ, ਸਭ ਤੋਂ ਜਿਹੜਾ ਮਹੱਤਵਪੂਰਨ ਪਹਿਲੀ ਗੱਲ ਸਾਹਮਣੇ ਆਉਂਦੀ ਆ, ਪਹਿਲਾ ਉਦੇਸ਼ ਸਾਹਮਣੇ ਆਉਂਦਾ, ਉਹ ਡੈਕਲੇਰੇਸ਼ਨ ਤੇ ਕਲੀਅਰ ਹੋ ਜਾਂਦਾ, ਪ੍ਰਮੋਸ਼ਨ ਆਫ ਲਿਟਰੇਸੀ, ਕਿ ਅਸੀਂ ਇਹ ਜਾਗਰੂਕਤਾ ਪੈਦਾ ਕਰਨੀ ਆ, ਅਸੀਂ ਇਹ ਚੇਤਨਤਾ ਪੈਦਾ ਕਰਨੀ ਆ, ਅਸੀਂ ਦੁਨੀਆ ਨੂੰ ਇਹ ਅਹਿਸਾਸ ਕਰਾਉਣਾ ਕਿ ਤੁਹਾਡੇ ਲਈ ਸਾਖਰ ਹੋਣਾ ਕਿੰਨਾ ਮਹੱਤਵਪੂਰਨ ਹੈ। ਤੁਹਾਡੇ ਲਈ ਪੜ੍ਹਨਾ ਸਿੱਖਣਾ, ਤੁਹਾਡੇ ਲਈ ਲਿਖਣਾ ਸਿੱਖਣਾ, ਤੁਹਾਡੇ ਵਿੱਚ ਸੰਚਾਰ ਯੋਗਤਾ ਦਾ ਆਉਣਾ ਕਿੰਨਾ ਜ਼ਰੂਰੀ ਆ। ਤਾਂ ਇਹ ਸਭ ਤੋਂ ਇਹਦਾ ਮੁੱਢਲਾ ਮੰਤਵ ਸੀ। ਜਦੋਂ ਮੈਂ ਇਸ ਨੂੰ ਥੋੜਾ ਜਿਹਾ ਅੱਗੇ ਜਾਣਾ, ਲਿਟਰੇਸੀ ਦੀ ਥੋੜੀ ਜਿਹੀ ਹੋਰ ਅਸੀਂ ਚੀਰ-ਫੜ ਕਰਦੇ ਹਾਂ, ਵਿਸ਼ਲੇਸ਼ਣ ਕਰਦੇ ਹਾਂ, ਤਾਂ ਕਈ ਪਰਪਸ ਹੋਰ ਸਾਹਮਣੇ ਆ ਜਾਂਦੇ ਨੇ। ਉਹਨਾਂ ਉਦੇਸ਼ਾਂ ਦੇ ਵਿੱਚ ਦੂਜਾ ਮੁੱਖ ਉਦੇਸ਼ ਜੋ ਸਾਡੇ ਫਿਰ ਸਾਹਮਣੇ ਆਉਂਦਾ, ਉਹ ਆਉਂਦਾ ਓਵਰਆਲ ਐਮਪਾਵਰਮੈਂਟ ਆਫ ਦਾ ਪੀਪਲ, ਲੋਕਾਂ ਦਾ ਸਸ਼ਕਤੀਕਰਨ, ਲੋਕਾਂ ਨੂੰ ਐਮਪਾਵਰ ਕਰਨਾ। ਕਿਉਂਕਿ ਲਿਟਰੇਸੀ ਇੱਕ ਅਜਿਹਾ ਗਹਿਣਾ, ਇਹ ਯੋਗਤਾ ਇੱਕ ਅਜਿਹਾ ਗਹਿਣਾ ਹੈ ਜਿਹੜੀ ਤੁਹਾਨੂੰ ਤਾਕਤ ਪ੍ਰਦਾਨ ਕਰਦੀ ਆ। ਤਾਕਤ ਕਿਵੇਂ ਪ੍ਰਦਾਨ ਕਰਦੀ ਆ? ਕਿਉਂਕਿ ਲਿਟਰੇਸੀ ਜ਼ਰੀਏ ਤੁਸੀਂ ਗਿਆਨ ਹਾਸਲ ਕਰੋਗੇ, ਤੁਹਾਡੇ ਕੋਲੇ ਤਰ੍ਹਾਂ ਤਰ੍ਹਾਂ ਦੀ ਇਨਫੋਰਮੇਸ਼ਨ ਆਵੇਗੀ, ਉਹ ਇਨਫੋਰਮੇਸ਼ਨ ਨੌਲੇਜ ਦੇ ਵਿੱਚ ਟ੍ਰਾਂਸਫਰ ਹੋਵੇਗੀ। ਉਹ ਨੌਲੇਜ ਜਦੋਂ ਤੁਸੀਂ ਹੌਲੀ ਹੌਲੀ ਉਹਨੂੰ ਆਪਣੇ ਅੰਦਰ ਅਸਿਮੀਲੇਟ ਕਰਨਾ ਸ਼ੁਰੂ ਕਰੋਗੇ, ਉਹ ਨੌਲੇਜ ਅਲਟੀਮੇਟਲੀ ਤੁਹਾਡੀ ਵਿਜ਼ਡਮ ਦਾ ਵੀ ਹਿੱਸਾ ਬਣੇਗੀ। ਜਿਹੜੀ ਅਸੀਂ ਜ਼ਿੰਦਗੀ ਦੀ ਗੱਲ ਕਰਦੇ ਹਾਂ ਕਿ ਸੋਝੀ ਚਾਹੀਦੀ ਆ, ਸੂਝ-ਬੂਝ ਚਾਹੀਦੀ ਆ, ਸਿਆਣਪ ਚਾਹੀਦੀ ਆ, ਉਹਦੇ ਪਿੱਛੇ ਆਧਾਰ ਕੀ ਆ? ਤੁਹਾਡਾ ਗਿਆਨ। ਗਿਆਨ ਦੇ ਪਿੱਛੇ ਤੁਹਾਡਾ ਆਧਾਰ ਕੀ ਆ? ਤੁਹਾਡੀ ਸਾਖਰਤਾ, ਤੁਹਾਡੀ ਸੂਚਨਾ। ਜਦੋਂ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜ ਜਾਂਦੀਆਂ ਨੇ ਤਾਂ ਤੁਸੀਂ ਐਮਪਾਵਰ ਹੋਣਾ ਸ਼ੁਰੂ ਹੋ ਜਾਂਦੇ ਹੋ। ਜੇ ਇਸ ਨੂੰ ਹੋਰ ਅੱਗੇ ਚੱਲੀਏ, ਮੈਨੂੰ ਇਹ ਲੱਗਦਾ ਕਿ ਲਿਟਰੇਸੀ ਨੇ ਜਿੱਥੇ ਓਵਰਆਲ ਐਮਪਾਵਰਮੈਂਟ ਦੀ ਗੱਲ ਕੀਤੀ, ਉੱਥੇ ਵਿਮਨ ਐਮਪਾਵਰਮੈਂਟ ਦੇ ਵਿੱਚ ਲਿਟਰੇਸੀ ਦਾ ਬਹੁਤ ਵੱਡਾ ਯੋਗਦਾਨ ਹੈਗਾ। ਇੱਕ ਸਮਾਂ ਸੀ ਜਦੋਂ ਔਰਤ ਬਹੁਤ ਘੱਟ ਮੌਕੇ ਮਿਲਦੇ ਸੀ। ਇਕੱਲੇ ਆਪਣੇ ਦੇਸ਼ ਦੀ ਗੱਲ ਹੀ ਨਹੀਂ, ਸਮੁੱਚੀ ਦੁਨੀਆ ਦੇ ਵਿੱਚ ਸਾਨੂੰ ਜਿਹੜੇ ਦੇਸ਼ ਇੱਦਾਂ ਵੀ ਲੱਗਦੇ ਨੇ ਕਿ ਬੜੇ ਐਡਵਾਂਸਡ ਕੰਟਰੀ ਨੇ, ਇੰਗਲੈਂਡ ਵਰਗੇ, ਡਾਕਟਰ ਜਗਤਾਰ ਸਿੰਘ ਬੈਠੇ ਨੇ, ਇਹ ਮੇਰੇ ਨਾਲੋਂ ਬਿਹਤਰ ਜਾਣਦੇ ਨੇ ਕਿ ਇੰਗਲੈਂਡ ਦੇ ਵਿੱਚ ਵੀ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਬਹੁਤ ਲੇਟ ਦਿੱਤਾ ਗਿਆ। ਤੇ ਲਿਟਰੇਸੀ ਨੇ ਕੀ ਕੀਤਾ? ਲਿਟਰੇਸੀ ਨੇ ਵਿਮਨ ਨੂੰ ਐਮਪਾਵਰ ਕੀਤਾ। ਲੜਕੀਆਂ ਪੜ੍ਹਨ ਲੱਗੀਆਂ, ਸਿੱਖਣ ਲੱਗੀਆਂ, ਡਿਗਰੀਆਂ ਹਾਸਲ ਕਰਨ ਲੱਗੀਆਂ। ਉਹਦੇ ਨਾਲ ਕੀ ਹੋਇਆ? ਉਹਦੇ ਨਾਲ ਉਹਨਾਂ ਦਾ ਜਿਹੜੇ ਕਪਾੜ ਸੀ ਸਾਰੇ ਉਹ ਖੁੱਲੇ। ਉਹਨਾਂ ਨੂੰ ਦੁਨੀਆਦਾਰੀ ਦਾ ਪਤਾ ਲੱਗਣ ਲੱਗਿਆ। ਉਹਨਾਂ ਨੂੰ ਦੁਨੀਆਦਾਰੀ ਦਾ ਪਤਾ ਲੱਗਣ ਲੱਗਿਆ। ਉਹਨਾਂ ਨੇ ਗਿਆਨ ਗ੍ਰਹਿਣ ਕੀਤਾ। ਉਹ ਗਿਆਨ ਉਹਨਾਂ ਦੀ ਰੁਜ਼ਗਾਰ ਯੋਗਤਾ ਦਾ ਇੱਕ ਮਹੱਤਵਪੂਰਨ ਹਿੱਸਾ ਬਣਿਆ। ਤੇ ਜਦੋਂ ਰੁਜ਼ਗਾਰ ਯੋਗ ਹੋ ਗਈਆਂ, ਉਹਨਾਂ ਨੇ ਰੁਜ਼ਗਾਰ ਕਰਨੇ ਸ਼ੁਰੂ ਕੀਤੇ। ਜਦੋਂ ਰੁਜ਼ਗਾਰ ਕਰਨੇ ਸ਼ੁਰੂ ਕੀਤੇ, ਉਹ ਆਰਥਿਕ ਤੌਰ ਤੇ ਆਜ਼ਾਦ ਹੋਈਆਂ। ਤੇ ਜਿਹੜੀ ਆਰਥਿਕ ਆਜ਼ਾਦੀ ਆ, ਦੁਨੀਆ 'ਚ ਸਭ ਤੋਂ ਵੱਡੀ ਆਜ਼ਾਦੀ ਮੰਨੀ ਜਾਂਦੀ ਆ। ਜਦੋਂ ਔਰਤ ਦੇ ਹੱਥਾਂ 'ਚ ਆਰਥਿਕ ਸ਼ਕਤੀ ਆ ਗਈ ਤਾਂ ਉਹਨਾਂ ਦੇ ਕੋਲੇ ਬਾਕੀ ਸਾਰੀਆਂ ਸ਼ਕਤੀਆਂ ਨਾਲ ਜੁੜ ਗਈਆਂ। ਫਿਰ ਕਹਿਣ ਲੱਗੇ ਕਿ ਔਰਤ ਤੇ ਆਦਮੀ ਜ਼ਿੰਦਗੀ ਦੀ ਗੱਡੀ ਦੇ ਦੋ ਖੂਬਸੂਰਤ ਪਹੀਏ ਨੇ, ਜਿਨ੍ਹਾਂ ਦੇ ਵਿੱਚ ਬਹੁਤ ਵਧੀਆ ਜੇਕਰ ਸੰਤੁਲਨ ਬਣ ਕੇ ਚੱਲਦਾ ਤਾਂ ਉਹ ਗੱਡੀ ਖੂਬਸੂਰਤ ਚੱਲਦੀ ਹੈ। ਨਹੀਂ ਕੀ ਹੁੰਦਾ ਸੀ? ਇੱਕ ਪਹੀਆ ਬਾਹਰ ਤੁਰਿਆ ਫਿਰਦਾ ਸੀ, ਦੂਸਰਾ ਪਹੀਆ ਘਰ ਦੀ ਚਾਰ ਦੀਵਾਰੀ ਦੇ ਵਿੱਚ ਕੈਦ ਹੁੰਦਾ ਸੀ। ਸੋ ਲਿਟਰੇਸੀ ਨੇ ਓਵਰਆਲ ਐਮਪਾਵਰਮੈਂਟ ਕੀਤੀ, ਔਰ ਲਿਟਰੇਸੀ ਨੇ ਜਿਹੜੀ ਸੀ ਐਮਪਾਵਰਮੈਂਟ ਆਫ ਦਾ ਵਿਮਨ ਜਿਹੜੀ ਸੀ, that was particularly very very relevant
ਉਹਦੇ ਨਾਲ ਸਸ਼ਕਤੀਕਰਨ ਹੋਇਆ। ਅੱਗੇ ਮੇਰੇ ਮਨ ਦੇ ਵਿੱਚ ਜਿਹੜਾ ਉਦੇਸ਼ ਆਉਂਦਾ ਕਿ ਲਿਟਰੇਸੀ ਦਾ ਕੀ ਹੋ ਸਕਦਾ, ਸਸਟੇਨੇਬਲ ਡਿਵੈਲਪਮੈਂਟ ਦਾ ਕਨਸੈਪਟ ਬਹੁਤ ਮਹੱਤਵਪੂਰਨ ਵਿਸ਼ਾ ਹੈਗਾ, ਜਿਸ ਨੂੰ ਅਸੀਂ ਟਿਕਾਊ ਵਿਕਾਸ ਕਹਿ ਸਕਦੇ ਹਾਂ। ਅਸੀਂ ਵਿਕਾਸ ਕਰ ਲਿਆ, ਕੋਈ ਪ੍ਰਾਪਤੀ ਕਰ ਲਈ ਓਵਰਨਾਈਟ, ਪਰ ਕੀ ਉਹ ਪ੍ਰਾਪਤੀ ਟਿਕਾਊ ਹੈ? ਕੀ ਉਹ ਸਥਿਰ ਹੈ? ਕਿ ਉਹ ਲੰਮੇਰਾ ਸਮਾਂ ਚੱਲੇਗੀ? ਤਾਂ ਜਿਹੜੀ ਲਿਟਰੇਸੀ ਹੈ, that adds to the sustainable development of the families, of the organizations, of the nations, of the globe. Sustainable development ਜਦੋਂ ਹੋਏਗੀ ਤਾਂ ਜੇ ਤੁਸੀਂ ਪੜ੍ਹੇ ਲਿਖੇ ਲੋਕ ਹੋ ਤਾਂ ਤੁਹਾਡੀ ਉਸ ਟਿਕਾਊ ਹੋਏਗੀ, ਸਥਿਰਤਾ ਹੋਏਗੀ, ਲੰਮਾ ਸਮਾਂ ਹੋਏਗੀ, ਔਰ ਉਹਦੇ ਦੂਰਗਾਮੀ ਜਿਹੜੇ ਨੇ ਪ੍ਰਭਾਵ ਤੁਹਾਡੇ ਤੇ ਪੈਣਗੇ। Then contribution to the economic development of the country. ਸਾਖਰਤਾ ਕੌਣ ਹਾਸਲ ਕਰ ਰਹੇ ਹਾਂ? ਅਸੀਂ ਵਿਅਕਤੀਗਤ ਰੂਪ ਦੇ ਵਿੱਚ ਸਾਖਰ ਹੋ ਰਹੇ ਹਾਂ, ਅਸੀਂ ਇੰਡੀਵਿਜੂਅਲਸ। ਪਰ ਜਦੋਂ ਸਾਰੇ ਇੰਡੀਵਿਜੂਅਲ ਸਾਖਰ ਹੋ ਜਾਣਗੇ ਤਾਂ ਉਹ ਦੇਸ਼ ਦੇ ਆਰਥਿਕ ਵਿਕਾਸ ਦਾ ਮਹੱਤਵਪੂਰਨ ਹਿੱਸਾ ਬਣਨਗੇ। ਜੇ ਅਸੀਂ ਸਾਖਰ ਨਾ ਹੁੰਦੇ, ਅਸੀਂ ਚੰਦਰਾਇਣ ਦੀਆਂ ਗੱਲਾਂ ਨਹੀਂ ਸੀ ਕਰ ਸਕਦੇ। ਜੇ ਅਸੀਂ ਸਾਖਰ ਨਾ ਹੁੰਦੇ, ਸਾਡੀਆਂ ਖੋਜਾਂ ਨਹੀਂ ਸੀ ਹੋ ਸਕਦੀਆਂ। ਜੇ ਅਸੀਂ ਸਾਖਰ ਨਾ ਹੁੰਦੇ ਤਾਂ ਅੱਜ ਸਾਡਾ ਵਿਸ਼ਵ ਦੇ ਵਿੱਚ ਉਹ ਸਤਰ ਨਾ ਹੁੰਦਾ ਜੋ ਅਸੀਂ ਪ੍ਰਾਪਤ ਕੀਤਾ ਤਾਂ ਵਿਅਕਤੀਆਂ ਨੇ ਨਾ। ਵਿਅਕਤੀ ਕੌਣ ਨੇ? ਜਿਵੇਂ ਸਮਾਜ ਸ਼ਾਸਤਰੀ ਬੈਠੇ ਨੇ, ਬੜੀ ਸੁਖਾਲੀ ਜੀ ਇੱਕ ਲਾਈਨ 'ਚ ਮੈਂ ਸਮਾਜ ਨੂੰ ਪਰਿਭਾਸ਼ਿਤ ਕਰਨਾ ਹੋਵੇ ਤਾਂ ਸਿੰਪਲੀ ਵੀ ਕੈਨ ਸੇ ਕਿ ਸੋਸਾਇਟੀ ਇਜ਼ ਅ ਕਲੈਕਸ਼ਨ ਆਫ ਇੰਡੀਵਿਜੂਅਲਸ ਐਂਡ ਇੰਡੀਵਿਜੂਅਲਸ ਕਨਸਟੀਟਿਊਟ ਦਾ ਸੋਸਾਇਟੀ। ਅਸੀਂ ਲੋਕਾਂ ਨੇ ਵਿਅਕਤੀਗਤ ਰੂਪ ਵਿੱਚ ਰਲ ਕੇ ਲੋਕਾਂ ਨੇ ਕੀ ਕੀਤਾ? ਸਮਾਜ ਕ੍ਰੀਏਸ਼ਨ ਕੀਤੀ। ਔਰ ਜਦੋਂ ਉਹ ਵਿਅਕਤੀ ਸਾਖਰ ਨੇ, they are able to read, they are able to write, they are able to communicate, ਫਿਰ ਕੀ ਹੋਣਗੇ? they will ultimately add to the economic development of the nation. Then change in the social paradigms of the country. ਜਿਹੜਾ ਤੁਹਾਡਾ ਸਮਾਜਿਕ ਤਾਣਾ ਬਾਣਾ, ਉਹਦੇ 'ਚ ਬਹੁਤ ਵੱਡੀਆਂ ਤਬਦੀਲੀਆਂ ਲੈ ਕੇ ਆਉਂਦੇ ਨੇ ਜਿਹੜੇ ਸਾਖਰ ਲੋਕ ਨੇ। ਕਿਸ ਕਿਸਮ ਦੀਆਂ ਤਬਦੀਲੀਆਂ? ਅਸੀਂ ਅਣਗਿਣਤ ਕਿਸਮ ਦੇ ਜਿਹੜੇ ਸੁਪਰਸਟੀਸ਼ਨਸ ਸੀ, ਵਹਿਮ ਭਰਮ ਸੀ, ਉਹਨਾਂ ਵਿੱਚ ਉਲਝੇ ਹੋਏ ਸੀ। ਜਦੋਂ ਬੰਦਾ ਸਾਖਰ ਹੁੰਦਾ ਜਾਂਦਾ, ਉਹਨੂੰ ਕਈ ਗੱਲਾਂ ਦਾ ਇਲਮ ਹੁੰਦਾ ਜਾਂਦਾ, ਅਹਿਸਾਸ ਹੁੰਦਾ ਜਾਂਦਾ ਕਿ ਇਹ ਗੱਲਾਂ ਕਿਸੇ ਰੂਪ ਨਾਲ ਤਰਕ ਦੀ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ। ਤੁਸੀਂ ਉਹਨਾਂ ਨੂੰ ਛੱਡਦੇ ਜਾਂਦੇ ਹੋ। ਤੁਸੀਂ ਫਜ਼ੂਲ ਕਿਸਮ ਦੀਆਂ ਰਵਾਇਤਾਂ ਦਾ ਖੰਡਨ ਕਰਦੇ ਜਾਂਦੇ ਹੋ। ਤੁਹਾਡੇ ਸਮਾਜਿਕ ਰਿਸ਼ਤਿਆਂ ਦੇ ਵਿੱਚ ਦਲੀਲ ਦਾਖਲ ਹੋ ਜਾਂਦੀ ਹੈ। ਤੁਸੀਂ ਜ਼ਿੰਦਗੀ ਨੂੰ ਖੂਬਸੂਰਤ ਪਹਿਲੂਆਂ ਤੇ ਜਿਉਣਾ ਸ਼ੁਰੂ ਕਰਦੇ ਹੋ। ਤੁਸੀਂ ਵੇਲਾ ਵਿਹਾ ਚੁੱਕੀਆਂ ਰਵਾਇਤਾਂ ਨੂੰ ਛੱਡਦੇ ਜਾਂਦੇ ਹੋ। ਕਈ ਸਮੱਸਿਆਵਾਂ ਸਾਨੂੰ ਐਂ ਲੱਗਦੀਆਂ ਹੁੰਦੀਆਂ ਸੀ, ਉਹ ਹੁਣ ਸਾਖਰਤਾ ਨਾਲ ਘਟਦੀਆਂ ਜਾਂਦੀਆਂ ਨੇ। ਸਾਨੂੰ ਲੱਗਦਾ ਸੀ ਦਾਜ ਦੀ ਸਮੱਸਿਆ, ਸਾਨੂੰ ਲੱਗਦਾ ਸੀ ਭਰੂਣ ਹੱਤਿਆ ਦੀ ਸਮੱਸਿਆ, ਸਾਨੂੰ ਲੱਗਦਾ ਸੀ ਜਿਹੜੇ ਮਨੁੱਖੀ ਰਿਸ਼ਤੇ ਨੇ ਉਹਨਾਂ ਦੀ ਸਮੱਸਿਆ। ਅਸੀਂ ਕੀ ਸੀ? ਉਹਨਾਂ ਸਮਾਜਿਕ ਸਮੱਸਿਆਵਾਂ ਦੇ ਹੱਲ ਕਾਨੂੰਨੀ ਉਪਚਾਰਾਂ ਰਾਹੀਂ ਲੱਭਦੇ ਸੀ ਜਾਂ ਹੋਰ ਤੌਰ ਤਰੀਕਿਆਂ ਨਾਲ ਲੱਭਦੇ ਸੀ। ਪਰ ਜੇ ਸਾਖਰਤਾ ਹੋ ਗਈ, ਲਿਟਰੇਸੀ ਹੁੰਦੀ ਆ, ਤਾਂ ਉਹ ਕੀ ਹੋਏਗਾ? ਸਾਡੇ ਜਿਹੜੇ ਸੋਸ਼ਲ ਪੈਰਾਡਾਈਮਸ ਨੇ ਉਹਨਾਂ ਵਿੱਚ ਚੇਂਜ ਆਏਗੀ। ਮੈਂ ਅੱਜ ਕੋਈ ਡਾਟਾ ਦੇਖ ਰਿਹਾ ਸੀ ਸਵੇਰੇ ਸਵੇਰੇ ਆਉਂਦਾ ਹੋਇਆ, ਤਾਂ ਪੰਜਾਬ ਦੇ ਵਿੱਚ ਇੰਟਰਕਾਸਟ ਮੈਰਿਜ ਜਿਹੜੀ ਆ, ਇੰਡੀਆ ਦੇ ਵਿੱਚ ਦੂਜੇ ਤੀਜੇ ਨੰਬਰ ਤੇ ਮਤਲਬ ਰੇਟ ਹੈਗਾ। ਕੋਈ ਸਮਾਂ ਸੀ ਇਹ ਗੱਲ ਬਹੁਤ ਵੱਡੀ ਲੱਗਦੀ ਹੁੰਦੀ ਸੀ। ਅਸੀਂ ਜਿਹੜੇ ਧਰਮ ਦੇ ਵਿੱਚ ਆ, ਜਿਹੜੇ ਸੰਸਕਾਰਾਂ ਦੇ ਵਿੱਚ ਆ, ਸਾਨੂੰ ਜਾਤ ਪਾਤ ਦੇ ਬੰਧਨਾਂ ਤੋਂ ਮੁਕਤ ਕੀਤਾ ਗਿਆ ਸੀ। ਪਰ ਕਿਉਂਕਿ ਸਮਾਜ ਸਾਡਾ ਗ੍ਰਸਤ ਸੀ, ਉਸ ਤੋਂ ਕੱਢਿਆ ਕਿਹਨੇ ਸਾਨੂੰ? ਸਾਡੀ ਸਾਖਰਤਾ ਨੇ। ਲਾਸਟ ਬਟ ਨਾਟ ਦਾ ਲੀਸਟ, ਸਾਖਰਤਾ ਜਿਹੜੀ ਆ ਤੁਹਾਡੇ ਸੱਭਿਆਚਾਰਕ ਰੈਵੋਲੂਸ਼ਨ ਦਾ ਵੀ ਬਹੁਤ ਵੱਡਾ ਹਿੱਸਾ ਬਣ ਗਿਆ। ਤੁਹਾਡੇ ਸੱਭਿਆਚਾਰ ਦੇ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਆਉਂਦੀਆਂ ਨੇ। ਕਈ ਲੋਕ ਜਦੋਂ ਸੱਭਿਆਚਾਰ ਨੂੰ ਪਰਿਭਾਸ਼ਿਤ ਕਰਦੇ ਨੇ ਤਾਂ ਅਸੀਂ ਸੱਭਿਆਚਾਰ ਨੂੰ ਬਹੁਤ ਸੀਮਤ ਕਰ ਲੈਂਦੇ ਆ, ਚਰਖੇ ਤੱਕ, ਗੱਡੇ ਤੱਕ, ਚਾਰੇ ਤੱਕ, ਜਾਂ ਹੋਰ ਅਜਿਹੀਆਂ ਗੱਲਾਂ। ਸਰੋਂ ਦਾ ਸਾਗ ਖਾ ਲੈਣਾ, ਮੱਕੀ ਦੀ ਰੋਟੀ ਖਾ ਲੈਣੀ, ਇਹ ਬਹੁਤ ਛੋਟਾ ਜਿਹਾ ਹਿੱਸਾ ਤਾਂ ਹੋ ਸਕਦਾ,
ਸਾਡਾ ਸੱਭਿਆਚਾਰ ਬਹੁਤ ਵਿਸ਼ਾਲ ਹੁੰਦਾ। ਕਲਚਰ ਇਜ਼ what we are, civilization is what we possess। ਜੋ ਅਸੀਂ ਹਾਂ ਉਹ ਸਾਡਾ ਸਾਰਾ ਕੁਝ ਸੱਭਿਆਚਾਰ ਆ। ਸਾਡੀਆਂ ਕਦਰਾਂ ਕੀਮਤਾਂ, ਸਾਡਾ ਰਹਿਣ ਸਹਿਣ, ਸਾਡਾ ਬੋਲਣ ਚੱਲਣ, ਸਾਡਾ ਵਿਚਰਨਾ ਬਹੁਤ ਵਿਸ਼ਾਲ ਹੈਗਾ। ਤਾਂ ਸਾਖਰਤਾ ਨੇ ਕੀ ਕੀਤਾ ਕਿ ਅਸੀਂ ਜਿਹੜੇ ਵੇਲਾ ਵਿਹਾ ਚੁੱਕੇ ਸਾਡੇ ਸੱਭਿਆਚਾਰ ਦੇ ਪੱਖ ਸੀ, ਉਹਨਾਂ ਤੋਂ ਅਸੀਂ ਤਬਦੀਲੀ ਕਰਦੇ ਹੋਏ ਅੱਗੇ ਵਧ ਗਏ। ਗੱਡਿਆਂ ਦਾ ਜਿਹੜਾ ਸੀ ਬਦਲ, ਕੰਬਾਈਨਾਂ ਆ ਗਈਆਂ, ਗੱਡਿਆਂ ਦਾ ਬਦਲ ਮਸ਼ੀਨਰੀ ਆ ਗਈ, ਹੁਣ ਹੋਰ ਵੀ ਅੱਗੇ ਵਧ ਗਿਆ। ਨਹੀਂ ਤਾਂ ਸਾਨੂੰ ਇਹੀ ਹੁੰਦਾ ਸੀ ਕਿ ਖੇਤੀ ਇਕੱਲੀ ਧਰਤੀ ਤੇ ਹੀ ਹੋ ਸਕਦੀ ਆ। ਲੋਕਾਂ ਨੇ ਬਿਨਾਂ ਜੜ੍ਹਾਂ ਤੋਂ, ਧਰਤੀ ਤੋਂ ਬਿਨਾਂ ਹਵਾ ਦੇ ਵਿੱਚ ਖੇਤੀ ਸ਼ੁਰੂ ਕਰ ਦਿੱਤੀ। ਕਿੱਥੋਂ ਸੰਭਵ ਹੋਇਆ? ਅਸੀਂ ਸਾਖਰਤਾ ਗ੍ਰਹਿਣ ਕੀਤੀ, ਜਿਹਦੇ ਨਾਲ ਸਾਡਾ ਜੀਵਨ ਦੇ ਵਿੱਚ ਤਬਦੀਲੀਆਂ ਆਈਆਂ। ਇਹ ਸੀ ਕੁਝ ਉਦੇਸ਼। ਜਿਹੋ ਜਿਹੇ ਉਦੇਸ਼ਾਂ ਨੂੰ ਧਿਆਨ 'ਚ ਰੱਖ ਕੇ ਯੂਨਾਈਟਿਡ ਨੇਸ਼ਨਸ ਨੇ ਯੂਨੈਸਕੋ ਰਾਹੀਂ ਇਹ ਦਿਨ ਮਨਾਉਣਾ ਸ਼ੁਰੂ ਕੀਤਾ ਕਿ ਜਿੰਨਾ ਚਿਰ ਸਾਖਰਤਾ ਨਹੀਂ ਫੈਲਦੀ, ਉਹਨਾਂ ਚਿਰ ਜਿਹੜਾ ਹੈ ਲੋਕ ਤਰੱਕੀ ਨਹੀਂ ਕਰ ਸਕਦੇ, ਲੋਕ ਵਿਕਾਸ ਨਹੀਂ ਕਰ ਸਕਦੇ। ਜਦੋਂ ਮੈਂ ਭਾਰਤ ਦੇ ਸੰਦਰਭ ਦੇ ਵਿੱਚ ਦੇਖਦਾ ਤਾਂ ਭਾਰਤ 74-75% ਦੀ ਜਿਹੜੀ ਰੇਸ਼ੋ ਹੈ ਉਹਦੇ ਵਿੱਚ ਲਿਟਰੇਸੀ ਚੱਲ ਰਹੀ ਹੈ। ਬਹੁਤ ਵੱਡਾ ਜਿਹੜਾ ਹੈ ਮੁਕਾਮ ਅਸੀਂ ਹਾਸਲ ਕਰ ਚੁੱਕੇ ਹਾਂ। ਔਰ ਜੇ ਪੰਜਾਬ ਦੇ ਸੰਦਰਭ ਦੇ ਵਿੱਚ ਦੇਖਦੇ ਹਾਂ, ਪੰਜਾਬ ਨੈਸ਼ਨਲ ਐਵਰੇਜ ਨਾਲੋਂ ਉੱਤੇ ਚੱਲ ਰਿਹਾ, 1.5% ਨੈਸ਼ਨਲ ਐਵਰੇਜ ਤੋਂ ਉੱਤੇ ਹੈਗਾ। ਕੇਰਲਾ ਤਾਂ 100% ਸਾਖਰ ਸੂਬਿਆਂ ਦੇ ਵਿੱਚ ਹੈਗਾ। ਮੇਲ ਫੀਮੇਲ ਲਿਟਰੇਸੀ 'ਚ ਅਜੇ ਵੀ ਸਾਡੇ ਫਰਕ ਹੈਗਾ। ਮੇਲ ਲਿਟਰੇਸੀ ਸਾਡੀ 80% ਦੇ ਦੁਆਲੇ ਘੁੰਮਦੀ ਹੈ, ਫੀਮੇਲ ਲਿਟਰੇਸੀ ਸਾਡੀ 72% ਦੇ ਦੁਆਲੇ ਘੁੰਮਦੀ ਹੈ। ਪਰ ਜਿਸ ਤਰੀਕੇ ਦੇ ਨਾਲ ਹੁਣ ਅੱਗੇ ਲੜਕੀਆਂ ਦੀ ਸਿੱਖਿਆ ਨੂੰ ਪ੍ਰੋਤਸਾਹਨ ਕੀਤਾ ਜਾ ਰਿਹਾ, ਇਹ ਜਾਪਦਾ ਕਿ ਬਹੁਤ ਛੇਤੀ ਆਉਣ ਵਾਲੇ ਸਮੇਂ ਵਿੱਚ ਅਸੀਂ ਇਹ ਜਿਹੜਾ ਹੈ ਸੰਤੁਲਨ ਵੀ ਪ੍ਰਾਪਤ ਕਰ ਲਵਾਂਗੇ। ਪਰ ਮੇਰੀ ਸਵਾਲ ਇਸ ਤੋਂ ਅਗਲਾ ਵੀ ਉਤਪੰਨ ਹੁੰਦਾ। ਲਿਟਰੇਸੀ ਨੂੰ ਜਦੋਂ ਅਸੀਂ ਬੜੇ ਨੈਰੋ ਸ਼ਬਦਾਂ ਦੇ ਵਿੱਚ ਲੈਂਦੇ ਆ ਜਾਂ ਲਿਟਰੇਸੀ ਦੀ ਤਕਨੀਕੀ ਪਰਿਭਾਸ਼ਾ ਦੇ ਵਿੱਚ ਲੈਂਦੇ ਆ, ਇਹਦਾ ਮਕਸਦ ਸਿਰਫ ਇੱਥੋਂ ਤੱਕ ਸੀਮਿਤ ਹੋ ਜਾਂਦਾ ਕਿ a person who is able to read, write and communicate, he is literate। ਕਿ ਉਹ ਪੜ੍ਹਿਆ ਲਿਖਿਆ ਹੈਗਾ, ਜਿਸ ਨੂੰ ਲਿਖਣਾ ਆ ਗਿਆ, ਜਿਸ ਨੂੰ ਪੜ੍ਹਨਾ ਆ ਗਿਆ, ਜਿਸ ਨੂੰ ਬੋਲਣਾ ਆ ਗਿਆ। ਜਦੋਂ ਅਸੀਂ ਇਹਨਾਂ ਅੰਕੜਿਆਂ ਨਾਲ ਤੁਲਨਾ ਕਰਦੇ ਹਾਂ 75%, 80%, 72%, 74%, ਤਾਂ ਇਹਦੇ ਵਿੱਚ ਥੋੜੀ ਜੀ ਚੀਰਫਾੜ ਕਰਕੇ ਦੇਖਿਓ, ਇਹਦੇ 'ਚ ਬਹੁਤੇ ਲੋਕ ਉਹ ਨੇ ਜਿਹੜੇ ਸਿੰਪਲੀ, ਜੇ ਮੈਂ ਇਹ ਗੱਲ ਕਰਾਂ ਕਿ ਜਿਹੜੇ ਪੰਜਾਬੀ ਵਾਲੇ ਨੇ ਵੀ ਉਹ ਪੰਜਾਬੀ ਦਾ ਕਾਇਦਾ ਪੜ੍ਹਨ ਲੱਗ ਗਏ, ਉਹ ਆਪਣੇ ਦਸਤਖਤ, ਈਵਨ ਇੱਥੋਂ ਤੱਕ ਮੰਨਿਆ ਹੋਇਆ ਸਰਕਾਰੀ ਅੰਕੜਿਆਂ ਮੁਤਾਬਕ ਕਿ ਜਿਸ ਬੰਦੇ ਨੂੰ ਆਪਣੇ ਦਸਤਖਤ ਕਰਨੇ ਆ ਗਏ ਉਹ ਲਿਟਰੇਟ ਹੋ ਗਿਆ, ਜਦੋਂ ਕਿ ਯਥਾਰਥ ਇਹ ਨਹੀਂ ਹੋਣਾ ਚਾਹੀਦਾ। ਫਿਰ ਸਾਨੂੰ ਲੋੜ ਪੈਂਦੀ ਆ ਇਦੋਂ ਵਾਈਡਰ ਟਰਮ ਲਿਆਉਣ ਦੀ। ਬਿਨਾਂ ਸ਼ੱਕ ਲਿਟਰੇਸੀ ਮਹੱਤਵਪੂਰਨ ਹੈ, ਪਰ ਐਜੂਕੇਸ਼ਨ ਇਦੋਂ ਬਹੁਤ ਵੱਡਾ ਪੈਰਾਡਾਈਮ ਹੈਗਾ। ਐਜੂਕੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਫਿਰ ਉਹ 'ਚ ਲਿਟਰੇਸੀ ਵੀ ਆ ਜਾਂਦੀ ਆ, ਪਰ ਉਹਦੇ ਵਿੱਚ ਹੋਰ ਬਹੁਤ ਕੁਝ ਆ ਜਾਂਦਾ। ਉਹਦੇ 'ਚ ਤੁਹਾਡੀ ਤਹਿਜ਼ੀਬ ਵੀ ਆਉਂਦੀ ਆ, ਉਹਦੇ 'ਚ ਤੁਹਾਡਾ ਸਲੀਕਾ ਵੀ ਆਉਂਦਾ, ਉਹਦੇ 'ਚ ਤੁਹਾਡਾ ਜਿਉਣ ਦੇ ਢੰਗ ਵੀ ਆਉਂਦੇ ਨੇ, ਉਹਦੇ 'ਚ ਤੁਹਾਡਾ ਵਿਚਰਨ ਦਾ ਪੱਧਰ ਵੀ ਆਉਂਦਾ, ਉਹਦੇ 'ਚ ਤੁਹਾਡੀਆਂ ਸਕਿੱਲਸ ਵੀ ਆਉਂਦੀਆਂ ਨੇ, ਉਹ 'ਚ ਤੁਸੀਂ ਕਿਹੜੇ ਵਿਸ਼ੇਸ਼ ਹੁਨਰ ਪ੍ਰਾਪਤ ਕੀਤੇ ਨੇ ਉਹ ਵੀ ਆਉਂਦੇ ਨੇ। ਐਜੂਕੇਸ਼ਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਆ ਕਿ ਐਜੂਕੇਸ਼ਨ ਬੰਦਿਆਂ ਨੂੰ ਬੰਦੇ ਬਣਾਉਂਦੀ ਹੈ। ਕਿਉਂਕਿ ਸਾਡੀ ਸਮੱਸਿਆ ਕੀ ਹੋ ਗਈ, ਅਸੀਂ ਬੰਦੇ ਪੈਦਾ ਤਾਂ ਹੋ ਜਾਂਦੇ ਆ ਪਰ ਬੰਦੇ ਬਣਦੇ ਨਹੀਂ। ਐਜੂਕੇਸ਼ਨ ਸਾਨੂੰ ਅਵੇਅਰ ਕਰੂਗੀ ਕਿ ਅਸੀਂ ਬੁਰੇ ਕੰਮਾਂ 'ਚ ਨਹੀਂ ਫਸਣਾ, ਲਿਟਰੇਸੀ ਨੇ ਨਹੀਂ ਦੱਸਣਾ ਸਾਨੂੰ। ਐਜੂਕੇਸ਼ਨ ਸਾਨੂੰ ਸੁਚੇਤ ਕਰਦੀ ਹੈ ਕਿ ਸਾਡੀਆਂ ਜ਼ਿੰਦਗੀ ਦੀਆਂ ਰਾਹਾਂ ਕਿਹੜੀਆਂ ਹੋਣੀਆਂ ਚਾਹੀਦੀਆਂ ਨੇ। ਐਜੂਕੇਸ਼ਨ ਸਾਨੂੰ ਦੱਸਦੀ ਹੈ ਅਸੀਂ ਨਸ਼ਿਆਂ 'ਚ ਨਹੀਂ ਪੈਣਾ, ਅਸੀਂ ਜੂਆ ਨਹੀਂ ਖੇਡਣਾ, ਅਸੀਂ ਹੋਰ ਇਹੋ ਜਿਹੇ ਮਾੜੇ ਕੰਮ ਨਹੀਂ ਕਰਨੇ। ਐਜੂਕੇਸ਼ਨ ਸਾਨੂੰ ਦੱਸਦੀ ਹੈ ਕਿ ਅਸੀਂ ਬੁਰੀਆਂ ਰਾਹਾਂ ਤੇ ਨਹੀਂ ਤੁਰਨਾ। ਐਜੂਕੇਸ਼ਨ ਸਾਡੀ ਓਵਰਆਲ ਸ਼ਖਸੀਅਤ ਨੂੰ ਵਿਕਸਿਤ ਕਰਕੇ ਸਾਨੂੰ ਖੂਬਸੂਰਤ ਇਨਸਾਨ ਬਣਾਉਂਦੀ ਹੈ। ਇਸੇ ਕਰਕੇ ਜਦੋਂ ਤੁਸੀਂ ਲੋਕ ਕਾਲਜਾਂ ਦੇ ਵਿੱਚ ਆਉਂਦੇ ਹੋ, ਸਕੂਲਾਂ ਦੇ ਵਿੱਚ ਆਉਂਦੇ ਹੋ, ਯੂਨੀਵਰਸਿਟੀਆਂ ਦੇ ਵਿੱਚ ਆਉਂਦੇ ਹੋ, ਤੁਸੀਂ ਲਿਟਰੇਸੀ ਗ੍ਰਹਿਣ ਕਰਨ ਨਹੀਂ ਆਉਂਦੇ। ਤੁਸੀਂ ਕੀ ਗ੍ਰਹਿਣ ਕਰਨ ਆਉਂਦੇ ਹੋ?
ਐਜੂਕੇਸ਼ਨ ਗ੍ਰਹਿਣ ਕਰਨ ਆਉਂਦੇ ਹੋ, ਤੁਹਾਨੂੰ ਐਜੂਕੇਸ਼ਨ ਦੀਆਂ ਡਿਗਰੀਆਂ ਦਿੱਤੀਆਂ ਜਾਂਦੀਆਂ ਨੇ ਔਰ ਉਸ ਐਜੂਕੇਸ਼ਨ ਦੇ ਵਿੱਚ ਤੁਹਾਨੂੰ ਕੇਵਲ ਤੁਹਾਡੇ ਸਿਲੇਬਸਾਂ ਉੱਤੇ ਕੇਂਦਰਿਤ ਨਹੀਂ ਕੀਤਾ ਜਾਂਦਾ, ਤੁਹਾਡੇ ਨਾਲ ਜ਼ਿੰਦਗੀ ਦੀਆਂ ਬਾਤਾਂ ਪਾਈਆਂ ਜਾਂਦੀਆਂ ਨੇ। ਔਰ ਯਾਦ ਰੱਖਿਓ, ਜ਼ਿੰਦਗੀ ਦੀਆਂ ਬਾਤਾਂ ਕਿਸੇ ਵੀ ਸਿਲੇਬਸ ਵਾਲੀ ਡਿਗਰੀ ਨਾਲੋਂ ਕਿਤੇ ਵੱਧ ਮਹੱਤਵਪੂਰਨ ਨੇ। ਜਿਸ ਨੂੰ ਜ਼ਿੰਦਗੀ ਦੀਆਂ ਬਾਤਾਂ ਪਾਉਣੀਆਂ ਆ ਗਈਆਂ, ਜਿਸ ਨੂੰ ਜ਼ਿੰਦਗੀ ਦੀਆਂ ਬਾਤਾਂ ਸਮਝਣੀਆਂ ਆ ਗਈਆਂ ਔਰ ਜੋ ਬੰਦਾ ਜ਼ਿੰਦਗੀ ਦੀਆਂ ਬਾਤਾਂ ਤੇ ਜਿਉਣਾ ਸਿੱਖ ਗਿਆ ਤਾਂ ਉਸ ਦਾ ਜੀਵਨ ਕਾਮਯਾਬ ਹੈ, ਉਹ ਵਿਅਕਤੀ ਜੇਤੂ ਹੈ, ਉਹ ਵਿਅਕਤੀ ਖੁਸ਼ ਵੀ ਰਹੇਗਾ, ਉਹ ਵਿਅਕਤੀ ਸਕੂਨ ਨਾਲ ਵੀ ਰਹੇਗਾ। ਸਵੇਰੇ ਸਵੇਰੇ ਮੈਂ ਹੋਰ ਮੇਰੀ ਗੱਲ ਯਾਦ ਆਈ, ਬੜੀ ਛੋਟੀ ਜਿਹੀ ਗੱਲ ਮੈਨੂੰ ਬੜੀ ਪਿਆਰੀ ਲੱਗੀ, ਮੈਂ ਉਹਦੀ ਵੀਡੀਓ ਵੀ ਬਣਾਈ ਨਾਲ ਹੀ। ਕੀ ਸੀ, ਕਿਸੇ ਦਾ ਸ਼ੇਅਰ ਸੀਗਾ ਕਿ ਨਾ ਥੱਕੇ ਮਹਿਸੂਸ ਕਰੋ, ਮੈਂ ਉਹਦਾ ਸਿਰਫ ਤਰਜਮਾ ਕੀਤਾ ਗੱਲ ਦਾ। ਥੱਕ ਗਏ ਹੋ, ਟੁੱਟ ਗਏ ਹੋ, ਹੰਭ ਗਏ ਹੋ, ਹਾਰ ਗਏ ਹੋ, ਬਿਲਕੁਲ ਨਹੀਂ, ਤੁਰੇ ਚੱਲੋ, ਡਟੇ ਰਹੋ, ਕਿਉਂਕਿ ਜਿਉਂਦੇ ਜੀ ਤੁਹਾਨੂੰ ਕਿਸੇ ਨੇ ਮੋਢਾ ਨਹੀਂ ਦੇਣਾ, ਤੁਹਾਨੂੰ ਆਪਣਾ ਆਪ ਸਵਾਰਨਾ ਪਊਗਾ। ਬਾਅਦ 'ਚ ਤਾਂ ਲੱਭ ਜਾਂਦੇ, 4 ਬੰਦੇ 8 ਵੀ ਹੋ ਜਾਂਦੇ ਆ, ਫਿਰ ਕਈ ਨਾਲ ਬਦਲਣ ਵੀ ਲੱਗ ਜਾਂਦੇ ਵੀ ਲੋ ਜੀ ਅਸੀਂ ਵੀ ਮਾੜਾ ਮਾੜਾ ਮੋਢਾ ਦੇ ਦਈਏ। ਤਾਂ ਜਿਹੜੀ ਜ਼ਿੰਦਗੀ ਆ ਨਾ, ਜਦੋਂ ਜ਼ਿੰਦਗੀ ਦੀਆਂ ਬਾਤਾਂ ਸਿੱਖਣੀਆਂ ਨੇ, ਤੁਹਾਨੂੰ ਇੱਕ ਗੱਲ ਧਾਰ ਕੇ ਚੱਲਣਾ ਪਊ ਕਿ ਯੈਸ ਅਸੀਂ ਕੰਮ ਕਰਨਾ, ਅਸੀਂ ਵਧੀਆ ਬੰਦੇ ਬਣਨਾ। ਤੇ ਯਾਦ ਰੱਖਿਓ, ਜਦੋਂ ਵਧੀਆ ਬੰਦੇ ਬਣ ਗਏ ਫਿਰ ਮੋਢੇ ਨਾਲ ਮੋਢਾ ਰਲਾ ਕੇ ਚੱਲਣ ਵਾਲਿਆਂ ਦਾ ਕਾਫਲਾ ਬਣ ਜਾਂਦਾ, ਬਹੁਤ ਵੱਡਾ ਕਾਫਲਾ ਬਣ ਜਾਂਦਾ। ਸੋ ਇੰਨੀਆਂ ਕੁ ਗੱਲਾਂ ਮੈਂ ਤੁਹਾਡੇ ਨਾਲ ਕਰਕੇ ਇਸ ਆਪਣੇ ਵਿਸ਼ੇ ਨੂੰ ਸਮਾਪਤ ਕਰਦਾ। ਆਓ ਸਹੀ ਅਰਥਾਂ ਦੇ ਵਿੱਚ ਅਸੀਂ ਸਿੱਖਿਆ ਗ੍ਰਹਿਣ ਕਰੀਏ, ਐਜੂਕੇਸ਼ਨ ਗ੍ਰਹਿਣ ਕਰੀਏ, ਉਹਦੇ ਵਿੱਚ ਲਿਟਰੇਸੀ ਆਟੋ ਪ੍ਰੋਸੈਸ ਵਿੱਚ ਆ ਜਾਏਗੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। So now I would like to request Dr. Jatinder Singh Bhutal to please come on the stage and for vote of thanks. ਹਾਂਜੀ ਡੀਅਰ ਸਟੂਡੈਂਟਸ, ਤੁਸੀਂ ਆਪਣੇ ਕਾਲਜ ਦਾ ਲੋਗੋ ਦੇਖਿਆ? ਕਾਲਜ ਦੇ ਲੋਗੋ ਦੇ ਉੱਤੇ ਲਿਖਿਆ ਅੱਖਰੀ ਲਿਖਣ ਬੋਲਣ ਬਾਣ। ਕਿ ਜੇ ਤੁਹਾਨੂੰ ਅੱਖਰਾਂ ਦਾ ਗਿਆਨ ਹੈਗਾ ਤਾਂ ਹੀ ਤੁਸੀਂ ਬੋਲ ਸਕਦੇ ਹੋ। ਤੇ ਸਾਰਾ ਕੁਝ ਜਿਹੜਾ ਹੈ, ਜਿਵੇਂ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਹੈ, ਤਾਂ ਉਹ ਸ਼ਬਦ ਗੁਰੂ ਵੀ ਅੱਖਰਾਂ ਤੋਂ ਬਣਦਾ ਹੈ। ਤਾਂ ਇਹ ਸਾਰਾ ਕੁਝ ਯਾਨੀ ਕਿ ਜੋ ਪ੍ਰੋਸੈਸ ਚੱਲਣਾ ਸਾਡੇ ਇਸ ਗਿਆਨ ਤੋਂ ਚੱਲਣਾ। ਸੋ ਲਿਟਰੇਟ ਹੋਣਾ ਤੇ ਵਿਜ਼ਡਮ ਹੋਣਾ, ਇਹ ਦੋ ਚੀਜ਼ਾਂ ਵੱਖੋ ਵੱਖਰੀਆਂ ਨੇ। ਲਿਟਰੇਟ ਹੋ ਕੇ ਤੁਹਾਡੇ 'ਚ ਬੁੱਧੀ ਆ ਜੇ ਇਹ ਜ਼ਰੂਰੀ ਨਹੀਂ ਹੈ, ਪਰ ਬੁੱਧੀ ਜਿਹੜੀ ਹੈਗੀ ਆ ਉਹ ਇਨਰ ਹੈ। ਖਿਆਲ ਰੱਖਣਾ, ਇਨਰ ਜਿਹੜੀ ਚੀਜ਼ ਹੈਗੀ ਆ ਉਹ ਟਿਕਵੀਂ ਹੁੰਦੀ ਹੈ। ਜਿਹੜੀ ਲਿਟਰੇਸੀ ਹੈਗੀ ਆ, ਠੀਕ ਹੈ, ਨੌਲੇਜ ਅਸੀਂ ਇਕੱਠੀ ਕਰਦੇ ਆ, ਪਰ ਵਿਜ਼ਡਮ ਨੂੰ ਨਾਲ ਨਾਲ ਜਿਹੜਾ ਹੈ ਤੁਸੀਂ ਯਾਨੀ ਕਿ ਪੈਦਾ ਕਰਨਾ ਆਪਣੇ ਅੰਦਰ। ਲਿਟਰੇਸੀ ਦੇ ਨਾਲ ਨਾਲ ਲਿਟਰੇਟ ਹੋ ਕੇ ਆਪਣੇ ਅੰਦਰ ਵਿਜ਼ਡਮ ਨੂੰ ਵੀ ਜਿਹੜਾ ਹੈ ਜ਼ਰੂਰੀ ਇੱਕ ਕਾਰਨਰ ਜਿਹੜਾ ਹੈਗਾ ਉਸ ਨੂੰ ਖੋਲ੍ਹਦੇ ਰਿਹਾ ਕਰੋ ਕਿ ਤੁਹਾਡੇ 'ਚ ਬੁੱਧੀ ਹੈ ਕਿ ਨਹੀਂ ਹੈ। ਲਿਟਰੇਸੀ ਜਿਹੜੀ ਹੈਗੀ ਉਹ ਤੁਹਾਡੇ 'ਚ ਪੈਦਾ ਨਹੀਂ ਕਰਦੀ ਹੈਗੀ, ਮੈਂ ਫੈਕਟ ਕਹਿ ਰਿਹਾ ਤੁਹਾਨੂੰ। ਤਾਂ ਵਿਜ਼ਡਮ ਜਿਹੜੀ ਹੈਗੀ ਤੁਹਾਨੂੰ ਆਪਣੇ ਆਪ ਪੈਦਾ ਕਰਨੀ ਪਊਗੀ ਅੰਦਰੋਂ, ਇਨਰ ਤੋਂ ਸਟਾਰਟ ਹੁੰਦੀ ਹੈ ਇਹ। ਤਾਂ ਜੇਕਰ ਤੁਹਾਡੇ 'ਚ ਬੁੱਧੀ ਹੈ ਤਾਂ ਲਿਟਰੇਸੀ ਬਹੁਤ ਠੀਕ ਹੈ। ਯਾਨੀ ਕਿ ਕਹਿਣ ਦਾ ਮਤਲਬ ਬੁੱਧੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਇੱਕ ਗੱਲ ਥੋੜ੍ਹੀ ਜਿਹੀ ਕਿਤੇ ਪੜ੍ਹਿਆ ਸੀ, ਜੇ ਮੈਂ ਉਸ ਤੋਂ ਆਪਣੀ ਗੱਲ ਸਟਾਰਟ ਕਰਦਾ ਕਿ ਇੱਕ ਗੁਰੂ ਦੇ 3 ਚੇਲੇ ਸੀਗੇ। ਤਾਂ 3 ਚੇਲੇ ਜਿਹੜੇ ਹੈਗੇ, ਤਾਂ ਗੁਰੂ ਨੇ ਕਿਹਾ ਕਿ ਤੁਹਾਡਾ ਆਖਰੀ ਟੈਸਟ ਹੋਏਗਾ ਕਿ ਤੁਹਾਡੀ ਐਜੂਕੇਸ਼ਨ ਜਿਹੜੀ ਹੈਗੀ ਹੈ ਕੰਪਲੀਟ ਹੋ ਗਈ। ਪਰ 5 ਦਿਨ ਲੰਘੇ, 10 ਦਿਨ ਲੰਘੇ, ਤਾਂ ਜਿਹੜੇ ਚੇਲੇ ਸੀਗੇ ਉਹਨਾਂ ਨੂੰ ਲੱਗਿਆ ਕਿ ਗੁਰੂ ਤਾਂ ਹੁਣ ਆਪਣਾ ਟੈਸਟ ਭੁੱਲ ਗਿਆ। ਤਾਂ ਜਦੋਂ 20 ਦਿਨ ਹੋਏ ਤਾਂ ਗੁਰੂ ਨੇ ਕਿਹਾ ਜੀ ਸ਼ਾਮ ਸੀਗੀ ਤੇ ਹੁਣ ਚਲੇ ਜਾਓ। ਤਾਂ ਤਿੰਨਾਂ ਨੂੰ ਜਿਹੜਾ ਹੈ ਉਹਨਾਂ ਨੇ ਭੇਜਤਾ। ਤੇ ਹੋਇਆ ਕਿ ਸ਼ਾਮ ਹੋ ਗਈ ਸੀ, ਹਨੇਰਾ ਹੋਣ ਵਾਲਾ ਸੀ। ਤਾਂ ਨਹਿਰ ਦੇ ਕਿਨਾਰੇ ਉਹ ਜਾ ਰਹੇ ਸੀਗੇ। ਤਾਂ ਨਹਿਰ ਦੇ ਕਿਨਾਰੇ ਜਾਂਦੇ ਜਾਂਦੇ ਜਦੋਂ ਉਹਨਾਂ ਨੇ ਦੇਖਿਆ ਕਿ ਅੱਗੇ ਕੰਡੇ ਖਿੰਡੇ ਹੋਏ ਨੇ, ਤਾਂ ਇੱਕ ਨੇ ਕਿਹਾ ਕਿ ਪਹਿਲਾਂ ਆਪਾਂ ਇਹ ਚੁੱਕ ਦਈਏ ਕਿਉਂਕਿ ਦੂਜਿਆਂ ਦੇ ਪੈਰਾਂ ਦੇ ਵਿੱਚ ਜਿਹੜਾ ਹੈ ਇਹ ਕੰਡੇ ਚੁੱਭ ਸਕਦੇ ਨੇ। ਤਾਂ ਦੂਜਿਆਂ ਨੇ ਕੀ ਕਿਹਾ, ਕਹਿੰਦਾ ਛੱਡ ਹੁਣ ਹਨੇਰਾ ਹੋ ਰਿਹਾ, ਆਪਾਂ ਆਪਣੇ ਘਰਾਂ ਵਿੱਚ ਪਹੁੰਚਣਾ। ਤੇ ਛਾਲ ਮਾਰੀ ਤੇ ਅੱਗੇ ਜਿਹੜਾ ਹੈ ਟੱਪ ਗਏ। ਤੇ ਦੋਨੇ ਜਾਣੀ ਕਿ ਅੱਗੇ ਟੱਪ ਗਏ ਤੇ ਇੱਕ ਜਿਹੜਾ ਹੈਗਾ ਉਹਨਾਂ ਨੂੰ ਚੁੱਕਣ ਲੱਗ ਗਿਆ ਕੰਡਿਆਂ ਨੂੰ। ਤਾਂ ਕਿਉਂਕਿ ਗੁਰੂ ਨੇ ਹੀ ਵਿਛਾਏ ਹੋਏ ਸੀ, ਤਾਂ ਗੁਰੂ ਬਾਹਰੋਂ ਨਿਕਲਿਆ ਤਾਂ ਉਸਨੇ ਦੇਖਿਆ ਕਿ ਤੇਰੀ ਐਜੂਕੇਸ਼ਨ ਜਿਹੜੀ ਹੈਗੀ, ਜਿਸ ਜਿਹੜਾ ਕੰਡੇ ਚੁੱਕ ਰਿਹਾ ਸੀ, ਤੇਰੀ ਪੂਰੀ ਹੋ ਗਈ। ਤੇ ਦੋਨਾਂ ਨੂੰ ਜਿਹੜਾ ਹੈ ਵਾਪਸ ਲੈ ਗਿਆ ਕਿ ਤੁਹਾਡੀ ਐਜੂਕੇਸ਼ਨ ਜਿਹੜੀ ਹੈ ਅਜੇ ਪੂਰੀ ਨਹੀਂ ਹੋਈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਡੀ ਐਜੂਕੇਸ਼ਨ ਦਾ ਮੀਨਿੰਗ ਜਿਹੜਾ ਹੈ ਉਹ ਇਹ ਹੋਣਾ ਚਾਹੀਦਾ ਹੈ ਕਿ ਦੂਜਿਆਂ ਦੇ ਪੈਰਾਂ ਦੇ ਵਿੱਚੋਂ ਕੰਡੇ ਚੁੱਕਣੇ, ਦੂਜਿਆਂ ਦੇ ਲਈ ਜਿਹੜਾ ਹੈ ਕੁਝ ਨਾ ਕੁਝ ਕਰਨਾ।
ਤਾਂ ਅਸੀਂ ਐਜੂਕੇਟਡ ਹਾਂ, ਤਾਂ ਅਸੀਂ ਲਿਟਰੇਟ ਹਾਂ। ਜੇਕਰ ਅਸੀਂ ਦੂਜਿਆਂ ਦੇ ਲਈ ਕੁਝ ਨਹੀਂ ਕਰਦੇ ਤਾਂ ਇਸ ਲਿਟਰੇਸੀ ਦਾ ਕੋਈ ਮੀਨਿੰਗ ਨਹੀਂ ਹੈਗਾ। ਤਾਂ ਦੂਜਿਆਂ ਦੇ ਲਈ ਕੰਮ ਆਉਣਾ ਜਿਹੜਾ ਹੈਗਾ ਲਿਟਰੇਸੀ ਦਾ ਸਭ ਤੋਂ ਵੱਡਾ ਧਰਮ ਹੈ। ਮੈਂ ਇਹੀ ਕਹਿੰਦਾ ਹੋਇਆ ਸੋ ਆਖਰੀ ਸ਼ੁਕਰੀਆ ਸਾਰੇ ਸਟੂਡੈਂਟਸ। Diprit Kaur, student of BA third year, here get this golden opportunity to share my views on International Literacy Day. International Literacy Day, observed every year on September 8, is a significant occasion that highlights the essential role of literacy in the personal development and progress of society. This global day, established by the United Nations Educational, Scientific and Cultural Organization, serves as a reminder of the importance of literacy as a matter of dignity and human rights. This day is observed to advance the agenda of literacy across the world. According to UNESCO, at least 76 crore young people and adults globally lack basic literacy skills in 2020. And you know that what is the history of International Literacy Day? The roots of International Literacy Day trace back to the World Conference of Ministers of Education on the Eradication of Illiteracy held in Tehran in Iran in 1965. This conference sparked the idea of a day dedicated to promoting literacy on a global scale. Subsequently, UNESCO officially declared September 8 as International Literacy Day during its 14th General Conference in 1966. 1 year later, on September 8, 1967, the world celebrated this special day for the first time, marking the beginning of a significant global observance. Every year, a new theme is decided by UNESCO for the day. The theme for the International Literacy Day 2023 is Promoting Literacy for a World in Transition, Building the Foundation for Sustainable and Peaceful Societies. This theme underscores the transformative power of literacy in shaping the future. It builds on knowledge and insight generated through recent initiatives such as the 7th International Conference on Adult Education and Transforming Education Summit. At last, I wish a very happy International Literacy Day to everyone. Together we can change this world by making everyone literate, by making everyone educated. Thank you and have a nice day.